Dear students, good morning to all of you. I hope you are all safe. Welcome to our next video. Keep watching this short and sophisticated video till the end to gain more knowledge. Let's start the video. ਆਪਾਂ ਕਰ ਰਹੇ ਸੀ Unit 5 Business Study 2 Chapter 10th Delegation and Decentralization of Authority. So today's topic ਆਪਾਂ ਕਰਨ ਜਾ ਰਹੇ ਹਾਂ Difficulties in Delegation of Authority. ਜਦੋਂ ਆਪਾਂ ਡੈਲੀਗੇਸ਼ਨ ਕਰਨੀ ਚਾਹੁੰਦੇ ਹਾਂ ਅਥਾਰਟੀ ਦੀ ਤਾਂ ਉਹਦੇ ਵਿੱਚ ਆਪਾਂ ਨੂੰ ਕਿਹੜੀਆਂ ਡਿਫੀਕਲਟੀਜ਼ ਆਉਂਦੀਆਂ ਵਾ ਕਿਹੜੀਆਂ ਮੁਸ਼ਕਿਲਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਆਪਾਂ ਡੈਲੀਗੇਸ਼ਨ ਕਰਦੇ ਹਾਂ ਅਧਿਕਾਰਾਂ ਨੂੰ ਸੌਂਪਦੇ ਹਾਂ। ਦਾ ਟੌਪਿਕ ਸਟਾਰਟ ਕਰਦੇ ਹਾਂ ਡਿਫੀਕਲਟੀਜ਼ ਇਨ ਡੈਲੀਗੇਸ਼ਨ ਆਫ ਅਥਾਰਟੀ। ਅਧਿਕਾਰ ਸੌਂਪਣਾ ਵਿੱਚ ਕੀ ਮੁਸ਼ਕਿਲਾਂ ਆਉਂਦੀਆਂ ਨੇ। ਫਸਟਲੀ ਦ ਡਿਫੀਕਲਟੀਜ਼ ਇਨ ਡੈਲੀਗੇਸ਼ਨ ਆਫ ਅਥਾਰਟੀ ਅਰਾਈਜ਼ ਬਿਕੋਜ਼ ਆਫ ਥੀਸ ਫੈਕਟਰਸ। ਇਹਨਾਂ ਫੈਕਟਰਸ ਦੀ ਵਜ੍ਹਾ ਕਰਕੇ ਡਿਫੀਕਲਟੀਜ਼ ਆਉਂਦੀਆਂ ਵਾ। ਫਸਟ ਫੈਕਟਰ ਕੀ ਹੈ ਐਟੀਟਿਊਡ ਆਫ ਦ ਸੁਪੀਰੀਅਰ ਆ ਜਿਨ੍ਹਾਂ ਨੇ ਅਥਾਰਟੀ ਡੈਲੀਗੇਟ ਕਰਨੀ ਆ ਉਹਨਾਂ ਦਾ ਐਟੀਟਿਊਡ ਆ ਉਹਨਾਂ ਦੇ ਮਤ ਅਨੁਸਾਰ ਵੀ ਡਿਫੀਕਲਟੀਜ਼ ਪੈਦਾ ਹੁੰਦੀਆਂ ਨੇ। ਐਟੀਟਿਊਡ ਆਫ ਦ ਸਬੋਰਡੀਨੇਟ ਦਾ ਵੀ ਕਈ ਵਾਰ ਐਟੀਟਿਊਡ ਇਹੋ ਜਿਹਾ ਹੁੰਦਾ ਹੈ ਵੀ ਡੈਲੀਗੇਸ਼ਨ ਆਫ ਅਥਾਰਟੀ ਆਪਾਂ ਸੰਭਵ ਨਹੀਂ ਹੁੰਦੀ। ਦੈਨ ਥਰਡ ਦੇ ਕੀ ਹੈ ਵੀਕਨੈਸਿਸ ਇਨ ਦ ਔਰਗਨਾਈਜੇਸ਼ਨ ਸਟਰਕਚਰ ਵਿੱਚ ਜਿਹੜੀਆਂ ਵੀਕਨੈਸਿਸ ਹੁੰਦੀਆਂ ਵਾ ਉਹਨਾਂ ਕਰਕੇ ਵੀ ਡੈਲੀਗੇਸ਼ਨ ਆਫ ਅਥਾਰਟੀ ਪੋਸੀਬਲ ਨਹੀਂ ਹੋ ਸਕਦੀ। ਦੈਨ ਨੰਬਰ ਆਪਾਂ ਸਟਾਰਟ ਕਰਦੇ ਹਾਂ ਡੀਪ ਥੋੜ੍ਹੀ ਸਟੱਡੀ। ਡਿਫੀਕਲਟੀ 1 ਕੀ ਆ ਐਟੀਟਿਊਡ ਆਫ ਦ ਸੁਪੀਰੀਅਰਸ ਦਾ ਐਟੀਟਿਊਡ ਵੀ ਕਈ ਵਾਰ ਡੈਲੀਗੇਸ਼ਨ ਆਫ ਅਥਾਰਟੀ ਦੇ ਵਿੱਚ ਰੁਕਾਵਟ ਪਾਉਂਦਾ ਹੈ ਵੀ ਉਹ ਅਧਿਕਾਰਾਂ ਨੂੰ ਸੌਂਪਣ ਵਿੱਚ ਜ਼ਿੰਮੇਵਾਰ ਨਹੀਂ ਹੁੰਦੇ ਜਾਂ ਉਹ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਕਿਉਂਕਿ ਦ ਸੁਪੀਰੀਅਰ ਜਨਰਲੀ ਆਰ ਰਿਲੈਕਟੈਂਟ ਮਤਲਬ ਹੈਜ਼ੀਟੇਟ ਫੀਲ ਕਰਦੇ ਆ ਮਤਲਬ ਉਹ ਤਿਆਰ ਨਹੀਂ ਹੁੰਦੇ ਟੂ ਸ਼ੇਅਰ ਅਥਾਰਟੀ ਵਿਦ ਸਬੋਰਡੀਨੇਟਸ ਨੂੰ ਕਦੇ ਵੀ ਨਹੀਂ ਚਾਹੁੰਗੇ ਕਿਉਂਕਿ ਸੁਪੀਰੀਅਰਸ ਦਾ ਅਹੁਦਾ ਉਹਨਾਂ ਕੋਲ ਹੈ। ਬਿਕੋਜ਼ ਆਫ ਫੋਲੋਇੰਗ ਫੈਕਟਰਸ ਇਹਨਾਂ ਫੈਕਟਰਸ ਕਰਕੇ। ਪਹਿਲਾ ਫੈਕਟਰ ਕੀ ਹੈ ਡਿਜ਼ਾਇਰ ਟੂ ਡੋਮੀਨੇਟ। ਜਿਹੜੇ ਸੁਪੀਰੀਅਰ ਹੁੰਦੇ ਆ ਉਹਨਾਂ ਦੀ ਡਿਜ਼ਾਇਰ ਹੁੰਦੀ ਹੈ ਵੀ ਡੋਮੀਨੇਟ ਕਰਨ ਸਾਰਿਆਂ ਨੂੰ ਮਤਲਬ ਜਿਹੜੇ ਸਬੋਰਡੀਨੇਟਸ ਜਿਹੜੇ ਉਹਨਾਂ ਦੇ ਅੰਡਰ ਕੰਮ ਕਰ ਰਹੇ ਉਹਨਾਂ ਨੂੰ ਹਮੇਸ਼ਾ ਡੋਮੀਨੇਟ ਕਰਨ ਮਤਲਬ ਉਹਨਾਂ ਤੋਂ ਵਧੀਆ ਪੋਜੀਸ਼ਨ 'ਤੇ ਰਹਿਣ ਉਹਨਾਂ ਨੂੰ ਆਪਦੇ ਆਰਡਰ ਹੇਠ ਰੱਖਣ। ਤਾਂ ਇਹ ਜਿਹੜਾ ਐਟੀਟਿਊਡ ਹੁੰਦਾ ਵਾ ਡਿਜ਼ਾਇਰ ਟੂ ਡੋਮੀਨੇਸ਼ਨ ਕਰਨ ਦੀ ਇਹ ਇੱਕ ਰੁਕਾਵਟ ਪੈਦਾ ਕਰਦਾ ਹੈ ਕਿਉਂਕਿ ਸੁਪੀਰੀਅਰਸ ਹੈਵ ਕੀਨ ਡਿਜ਼ਾਇਰ ਮਤਲਬ ਬਹੁਤ ਜ਼ਿਆਦਾ ਡਿਜ਼ਾਇਰ ਹੁੰਦੀ ਹੈ ਟੂ ਕੰਟਰੋਲ ਐਂਡ ਰੈਗੂਲੇਟ ਦ ਐਕਟੀਵਿਟੀਜ਼ ਆਫ ਸਬੋਰਡੀਨੇਟਸ ਐਟ ਐਵਰੀ ਸਟੈਪ ਟੂ ਸ਼ੋ ਦੇਅਰ ਸੁਪੀਰੀਅਰਿਟੀ ਵੀ ਆਪਦੀ ਜਿਹੜੀ ਸੁਪੀਰੀਅਰਿਟੀ ਉਹਨਾਂ ਨੂੰ ਦਿਖਾਉਣ ਲਈ ਉਹ ਹਰੇਕ ਸਟੈਪ 'ਤੇ ਕੀ ਜਾਣੂ ਚਾਹੁੰਦੇ ਆ ਕੰਟਰੋਲ ਆਪਦਾ ਚਾਹੁੰਦੇ ਆ ਅਤੇ ਜਿਹੜੇ ਇੱਕ ਸਬੋਰਡੀਨੇਟਸ ਉਹਨਾਂ ਦੇ ਐਕਟੀਵਿਟੀਜ਼ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਕੰਟਰੋਲ ਅਤੇ ਕੋਆਰਡੀਨੇਟ ਕਰਨਾ ਚਾਹੁੰਦੇ ਆ। ਇਸ ਤਰ੍ਹਾਂ ਜਿਹੜੀ ਉਹਨਾਂ ਦੀ ਡਿਜ਼ਾਇਰ ਹੁੰਦੀ ਹੈ ਡੋਮੀਨੇਟ ਕਰਨ ਦੀ ਵੀ ਸਬੋਰਡੀਨੇਟਸ ਨੂੰ ਉੱਪਰ ਨਹੀਂ ਆਉਣ ਦੇਣਾ ਇਹ ਇੱਕ ਐਟੀਟਿਊਡ ਉਹਨਾਂ ਦਾ ਇਹੋ ਜਿਹਾ ਹੁੰਦਾ ਜਿਹੜਾ ਕਿ ਡਿਫੀਕਲਟੀ ਪੈਦਾ ਕਰਦਾ ਵਾ ਡੈਲੀਗੇਸ਼ਨ ਵਿੱਚ। ਨੰਬਰ 2 'ਤੇ ਕੀ ਹੈ ਲੈਕ ਆਫ ਫੇਥ ਇਨ ਸਬੋਰਡੀਨੇਟਸ। ਜਦੋਂ ਜਿਹੜੇ ਸੁਪੀਰੀਅਰ ਜਿਨ੍ਹਾਂ ਨੇ ਡੈਲੀਗੇਟ ਕਰਨੀ ਅਥਾਰਟੀ ਉਹਨਾਂ ਦਾ ਫੇਥ ਨਹੀਂ ਹੁੰਦਾ ਸਬੋਰਡੀਨੇਟਸ ਵਿੱਚ ਮਤਲਬ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਸਬੋਰਡੀਨੇਟਸ 'ਤੇ ਵੀ ਇਹ ਕੰਮ ਕਰ ਸਕਦੇ ਆ ਨਹੀਂ ਕਰ ਸਕਦੇ ਉਦੋਂ ਇਹ ਐਟੀਟਿਊਡ ਹੁੰਦਾ ਹੈ ਰਿਸਪੋਂਸੀਬਿਲਿਟੀ ਆਫ ਪਰਫੋਰਮੈਂਸ ਆਫ ਟਾਸਕ ਅਸਾਈਨਡ ਆਲਵੇਜ਼ ਰਿਮੇਨਸ ਵਿਦ ਦ ਸੁਪੀਰੀਅਰ। ਇਹ ਲਾਈਨ ਦਾ ਕੀ ਮਤਲਬ ਆ ਵੀ ਜਿਹੜੀ ਰਿਸਪੋਂਸੀਬਿਲਿਟੀ ਹੁੰਦੀ ਹੈ ਪਰਫੋਰਮੈਂਸ ਦੀ ਹਰੇਕ ਟਾਸਕ ਦੀ ਪਰਫੋਰਮੈਂਸ ਦੀ ਜਿਹੜੀ ਰਿਸਪੋਂਸੀਬਿਲਿਟੀ ਆ ਤਾਂ ਵੀ ਕਿਹਦੇ ਕੋਲ ਹੁੰਦੀ ਸੁਪੀਰੀਅਰ ਕੋਲ ਹੁੰਦੀ ਹੈ ਕਿਉਂਕਿ ਸੁਪੀਰੀਅਰ ਨੇ ਹੀ ਜਵਾਬ ਦੇਣਾ ਹੁੰਦਾ ਹੈ ਤਾਂ ਉਹ ਜ਼ਿੰਮੇਵਾਰੀ ਆਪਦੀ ਸਮਝਦਾ ਵਾ। ਜਦੋਂ ਉਸਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਸਬੋਰਡੀਨੇਟਸ ਇਹ ਕੰਮ ਕਰ ਸਕਦੇ ਜਾਂ ਨਹੀਂ ਕਰ ਸਕਦੇ ਉਹ ਉਦੋਂ ਡੈਲੀਗੇਟ ਕਰਨਾ ਉਸਨੂੰ ਅਥਾਰਟੀ ਨੂੰ ਡੈਲੀਗੇਟ ਕਰਨਾ ਪਸੰਦ ਨਹੀਂ ਕਰੇਗਾ। ਨੰਬਰ 3 'ਤੇ ਕੀ ਹੈ ਲੈਕ ਆਫ ਲੀਡਰਸ਼ਿਪ ਕੁਆਲਿਟੀ। ਇਹ ਲੀਡਰਸ਼ਿਪ ਕੁਆਲਿਟੀ ਕਿਹਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਮੈਨੇਜਰ ਆ ਜਿਹੜਾ ਸੁਪੀਰੀਅਰ ਆ ਸਮਟਾਈਮਜ਼ ਸੁਪੀਰੀਅਰਸ ਦੈਮਸੈਲਵਸ ਲੈਕ ਆਫ ਲੀਡਰਸ਼ਿਪ ਕੁਆਲਿਟੀਜ਼ ਉਹਨਾਂ ਕੋਲ ਲੀਡਰਸ਼ਿਪ ਕੁਆਲਿਟੀਜ਼ ਨਹੀਂ ਹੁੰਦੀਆਂ ਮਤਲਬ ਦੇ ਆਰ ਇਨਕੋਂਪੀਟੈਂਟ ਮਤਲਬ ਯੋਗ ਨਹੀਂ ਹੁੰਦੇ ਪਲਾਨ ਕਰਨ ਦੇ ਪ੍ਰੋਪਰਲੀ ਪਲਾਨ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਇਸ਼ੂ ਸਟੇਬਲ ਇੰਸਟਰਕਸ਼ਨਸ ਇਸ਼ੂ ਜਿਹੜੀਆਂ ਪ੍ਰੋਪਰ ਇੰਸਟਰਕਸ਼ਨਸ ਦੇਣ ਦੇ ਕਾਬਿਲ ਨਹੀਂ ਹੁੰਦੇ। ਇਸ ਤਰ੍ਹਾਂ ਜਦੋਂ ਜਿਹੜੇ ਸੁਪੀਰੀਅਰ ਆ ਉਹਨਾਂ ਵਿੱਚ ਲੈਕ ਆਫ ਲੀਡਰਸ਼ਿਪ ਕੁਆਲਿਟੀ ਹੁੰਦੀ ਆ ਤਾਂ ਵੀ ਉਹ ਡੈਲੀਗੇਸ਼ਨ ਨੂੰ ਪਸੰਦ ਨਹੀਂ ਕਰਦੇ ਅਥਾਰਟੀ ਦੀ ਡੈਲੀਗੇਸ਼ਨ ਕਰਨ ਨੂੰ। ਨੰਬਰ 4 'ਤੇ ਕਿ ਫੀਅਰ ਆਫ ਸਬੋਰਡੀਨੇਟਸ ਸੁਪੀਰੀਅਰਿਟੀ। ਜਿਹੜੀ ਚੀਜ਼ ਉਹਨਾਂ ਕੋਲ ਆ ਸੁਪੀਰੀਅਰਿਟੀ ਮਤਲਬ ਜਿਹੜੀ ਮਹਾਰਤ ਉਹਨਾਂ ਕੋਲ ਆ ਉਹ ਸਬੋਰਡੀਨੇਟਸ ਕੋਲ ਜਾਣ ਉਹ ਚੀਜ਼ ਸਬੋਰਡੀਨੇਟਸ ਕੋਲ ਨਾ ਜਾ ਵੜੇ ਇਹ ਉਹਨਾਂ ਨੂੰ ਡਰ ਹੁੰਦਾ ਕਈ ਵਾਰ ਨਿਯਮਨ ਅਧਿਕਾਰੀਆਂ ਦੀ ਪ੍ਰਬਲਤਾ ਦਾ ਡਰ। ਫੀਅਰ ਹੁੰਦਾ ਉਹਨਾਂ ਕੋਲ ਦੈਟ ਦ ਸਬੋਰਡੀਨੇਟਸ ਮੇ ਪਰਫੋਰਮ ਬੈਟਰ ਦੈਨ ਦੈਮ। ਉਹਨਾਂ ਨੂੰ ਇਹ ਡਰ ਹੁੰਦਾ ਵਾ ਵੀ ਜਿਹੜੇ ਸਬੋਰਡੀਨੇਟਸ ਉਹ ਲਗਾਤਾਰ ਪ੍ਰੈਕਟਿਸ ਕਰਕੇ ਉਹਨਾਂ ਦੀ ਅਥਾਰਟੀ ਕਿਉਂਕਿ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਹੜੇ ਬੰਦੇ ਕੋਲ ਅਥਾਰਟੀ ਹੁੰਦੀ ਆ ਤਾਂ ਉਹ ਕੁਛ ਵੀ ਕਰ ਸਕਦਾ ਵਾ ਆਪਦੀ ਪਰਫੋਰਮੈਂਸ ਨੂੰ ਸ਼ੋਅ ਕਰਕੇ
ਤਾਂ ਉਹਨਾਂ ਨੂੰ ਇਹ ਡਰ ਹੁੰਦਾ ਵੀ ਜਿਹੜੇ ਸਬੋਰਡੀਨੇਟਸ ਉਹ ਵਧੀਆ ਪਰਫੋਰਮੈਂਸ ਨਾ ਸ਼ੋਅ ਕਰ ਦੇਣ, ਅਤੇ ਇਸ ਤਰ੍ਹਾਂ ਉਹ ਕੀ ਫੀਲ ਕਰਦੇ ਰਹਿੰਦੇ ਆ, ਦੇ ਫੀਲ ਡਿਸਪਲੇਸਮੈਂਟ ਔਰ ਲੋਸ ਆਫ ਸਟੇਟਸ। ਉਹਨਾਂ ਨੂੰ ਇੱਦਾਂ ਫੀਲ ਹੁੰਦਾ ਵੀ ਉਹਨਾਂ ਦਾ ਲੋਸ ਆਫ ਸਟੇਟਸ ਹੋ ਜਾਏਗਾ, ਜਿਹੜਾ ਉਹਨਾਂ ਕੋਲ ਸੁਪੀਰੀਓਰਿਟੀ ਆ, ਮਤਲਬ ਜਿਹੜਾ ਸੁਪੀਰੀਅਰ ਦਾ ਟੈਗ ਉਹਨਾਂ ਕੋਲ ਉਹ ਉਹਨਾਂ ਕੋਲ ਖਤਮ ਹੋ ਜਾਏਗਾ, ਅਤੇ ਡਿਸਪਲੇਸਮੈਂਟ ਹੋ ਜਾਵੇਗੀ ਉਹਨਾਂ ਦੀ, ਮਤਲਬ ਡਿਸਪਲੇਸਮੈਂਟ ਹੋ ਜਾਏਗੀ, ਉਹ ਸਬੋਰਡੀਨੇਟਸ ਬਣ ਜਾਣਗੇ, ਜਿਹੜੇ ਸਬੋਰਡੀਨੇਟਸ ਆ ਉਹ ਸੁਪੀਰੀਅਰ ਬਣ ਜਾਣਗੇ। ਇੱਦਾਂ ਉਹਨਾਂ ਦੇ ਮਨ ਵਿੱਚ ਡਰ ਹੁੰਦਾ ਹੈ, ਇਸ ਲਈ ਉਹ ਡੈਲੀਗੇਸ਼ਨ ਕਰਨਾ ਪਸੰਦ ਨਹੀਂ ਕਰਦੇ। ਨੰਬਰ 5 'ਤੇ ਕੀ ਆ, ਕੰਜ਼ਰਵੇਟਿਵ ਐਟੀਟਿਊਡ। ਕੰਜ਼ਰਵੇਟਿਵ ਕੀ ਹੁੰਦਾ ਵਾ, ਪਿਛਾਂਹ ਖਿੱਚੂ ਸੋਚ। ਪਿਛਾਂਹ ਖਿੱਚੂ ਜਿਹੜੀ ਸੋਚ ਹੁੰਦੀ ਹੈ ਸੁਪੀਰੀਅਰਸ ਦੀ, ਉਹ ਵੀ ਕਈ ਵਾਰ ਉਹਨਾਂ ਨੂੰ ਰੋਕਦੀ ਹੈ ਵੀ ਉਹ ਡੈਲੀਗੇਸ਼ਨ ਨਾ ਕਰਨ। ਸਮ ਮੈਨੇਜਰਸ ਮੇ ਬੀ ਕੰਜ਼ਰਵੇਟਿਵ ਇਨ ਨੇਚਰ। ਕੰਜ਼ਰਵੇਟਿਵ ਇਨ ਨੇਚਰ ਹੁੰਦੇ ਆ, ਮਤਲਬ ਪਿਛਾਂਹ ਖਿੱਚੂ ਸੋਚ ਵਾਲੇ ਹੁੰਦੇ ਨੇ। ਅਨਪ੍ਰੋਗਰੈਸਿਵ, ਜਿਹੜਾ ਕਿ ਮਤਲਬ ਕਿਸੇ ਦੀ ਤਰੱਕੀ ਨੂੰ ਨਹੀਂ ਚਾਹਤੇ। ਦੇ ਲੈਕ ਲਿਬਰਲ ਐਟੀਟਿਊਡ। ਲਿਬਰਲ ਐਟੀਟਿਊਡ ਮਤਲਬ ਸਾਰਿਆਂ ਨਾਲ ਸਾਂਝੀਵਾਲਤਾ ਨਾਲ ਰਹਿਣਾ, ਸਾਰਿਆਂ ਨੂੰ ਮਤਲਬ ਅੱਗੇ ਵਧਣ ਲਈ ਪੋਜ਼ੀਟਿਵ ਕਰਨਾ, ਮੋਟੀਵੇਟ ਕਰਨਾ। ਸੋ ਜਿਨ੍ਹਾਂ ਵਿੱਚ ਇਹ ਐਟੀਟਿਊਡ ਲੈਕ ਹੁੰਦਾ ਹੈ, ਮਤਲਬ ਜਿਨ੍ਹਾਂ ਵਿੱਚ ਇਹ ਕਮੀ ਹੁੰਦੀ ਹੈ, ਤਾਂ ਉਹ ਕੀ ਕਰਨਗੇ, ਡੈਲੀਗੇਸ਼ਨ ਨੂੰ ਅਥੋਰਿਟੀ ਦੀ ਡੈਲੀਗੇਸ਼ਨ ਕਰਨ ਨੂੰ ਪਸੰਦ ਨਹੀਂ ਕਰਦੇ, ਜਿਹੜੀ ਕਿ ਇੱਕ ਰੁਕਾਵਟ ਆ। ਦੈਨ 6 ਨੰਬਰ 'ਤੇ ਲੈਕ ਆਫ ਕੰਟਰੋਲ। ਜਦੋਂ ਕੰਟਰੋਲ ਆਰਗੇਨਾਈਜੇਸ਼ਨ ਦਾ ਕੰਟਰੋਲ ਹੀ ਘੱਟ ਹੋਵੇ ਜਾਂ ਆਰਗੇਨਾਈਜੇਸ਼ਨ ਵਿੱਚ ਕੰਟਰੋਲ ਦੀ ਸਥਿਤੀ ਵਧੀਆ ਨਾ ਹੋਵੇ, ਤਾਂ ਉਦੋਂ ਵੀ ਜਿਹੜੇ ਸੁਪੀਰੀਅਰ ਹੈ, ਕਿਉਂਕਿ ਉਹਨਾਂ 'ਤੇ ਕੰਮ ਦਾ ਭਾਰ ਹੁੰਦਾ ਹੈ, ਮਤਲਬ ਉਹਨਾਂ ਦੀ ਰਿਸਪੋਂਸੀਬਿਲਿਟੀ ਹੁੰਦੀ ਹੈ, ਇਸ ਲਈ ਉਹ ਪਸੰਦ ਨਹੀਂ ਕਰਦੇ। ਇਹ ਸੁਪੀਰੀਅਰ ਆਲਵੇਜ਼ ਲਾਈਕਸ ਟੂ ਐਂਸ਼ਰ ਵੀ ਇਹ ਸੁਪੀਰੀਅਰ ਕੀ ਚਾਹੁੰਦਾ, ਹਮੇਸ਼ਾ ਜਿਹੜੀ ਅਥੋਰਿਟੀ ਡੈਲੀਗੇਟ ਕੀਤੀ ਗਈ ਹੈ ਪ੍ਰੋਪਰਲੀ ਯੂਜ਼ਡ ਕੀਤੀ ਜਾਵੇ ਫਾਰ ਦਾ ਜੋਬ, ਜਿਹੜੀ ਜੋਬ ਵਾਸਤੇ ਦਿੱਤੀ ਗਈ ਹੈ ਅਥੋਰਿਟੀ। ਇਨ ਦਾ ਐਬਸੈਂਸ ਆਫ ਐਡੂਕੇਟ ਕੰਟਰੋਲ ਸਿਸਟਮ। ਜਦੋਂ ਕੰਟਰੋਲ ਸਿਸਟਮ ਨਹੀਂ, ਕਿਸੇ ਦੀ ਚੈਕਿੰਗ ਨਹੀਂ ਹੋਣੀ ਵੀ ਕਿਹੜੇ ਪਰਸਨ ਨੇ ਇਹ ਕੰਮ ਕੀਤਾ ਜਾਂ ਕਿਹਨੂੰ ਇਹ ਵੈਲਿਊਏਬਲ ਜਿਹੜਾ ਹੋਨਰ ਉਹ ਮਿਲਣਾ ਚਾਹੀਦਾ, ਉਹ ਸਿਸਟਮ ਹੀ ਨਹੀਂ ਹੋਊਗਾ, ਤਾਂ ਰਿਲੈਕਟੈਂਟ ਫੀਲ ਕਰਨਗੇ, ਮਤਲਬ ਹੈਜ਼ੀਟੇਟ ਫੀਲ ਕਰਨਗੇ ਜਦੋਂ ਅਥੋਰਿਟੀ ਡੈਲੀਗੇਟ ਕਰਨਗੇ। ਨੰਬਰ 7 'ਤੇ ਕੀ ਹੈ, ਕੌਨਸਨਟ੍ਰੇਸ਼ਨ ਆਫ ਅਥੋਰਿਟੀ। ਜਦੋਂ ਅਧਿਕਾਰਾਂ ਦਾ ਕੇਂਦਰੀਕਰਨ ਹੋਵੇ, ਮਤਲਬ ਥੋੜ੍ਹੇ ਲੋਕਾਂ ਕੋਲ ਅਧਿਕਾਰ ਹੋਣ। ਸਮ ਮੈਨੇਜਰਸ ਹੂ ਹੈਵ ਸਟਰੋਂਗ ਡਿਜ਼ਾਇਰ ਟੂ ਕਮਾਂਡ। ਜਿਹਨਾਂ ਦੀ ਸਟਰੋਂਗ ਡਿਜ਼ਾਇਰ ਹੁੰਦੀ ਹੈ ਵੀ ਉਹਨਾਂ ਨੇ ਕਮਾਂਡ ਕਰਨਾ ਅਤੇ ਉਹਨਾਂ ਨੇ ਸਾਰਿਆਂ ਨੂੰ ਕੰਟਰੋਲ ਕਰਨਾ, ਦੈਨ ਵੀ ਉਹ ਕੀ ਕਰਨਗੇ, ਡੈਲੀਗੇਸ਼ਨ ਨੂੰ ਪਸੰਦ ਨਹੀਂ ਕਰਨਗੇ ਅਥੋਰਿਟੀ ਦੀ। ਦੈਨ ਦੂਜੇ ਨੰਬਰ ਡਿਫੀਕਲਟੀ ਕਿਹੜੀ ਆ ਰਹੀ ਹੈ, ਐਟੀਟਿਊਡ ਆਫ ਦਾ ਸਬੋਰਡੀਨੇਟਸ। ਸਬੋਰਡੀਨੇਟਸ ਦਾ ਵੀ ਐਟੀਟਿਊਡ ਕਈ ਵਾਰ ਇੱਦਾਂ ਦਾ ਹੁੰਦਾ ਵਾ ਵੀ ਮਤਲਬ ਉਹ ਡੈਲੀਗੇਸ਼ਨ ਅਥੋਰਿਟੀ ਨੂੰ ਮਤਲਬ ਚਾਹੁੰਦੇ ਹੀ ਨਹੀਂ ਵੀ ਉਹਨਾਂ ਨੂੰ ਅਥੋਰਿਟੀ ਮਿਲੇ, ਡੈਲੀਗੇਸ਼ਨ ਆਫ ਅਥੋਰਿਟੀ ਹੋਵੇ। ਨੰਬਰ 1 'ਤੇ ਲੈਕ ਆਫ ਸੈਲਫ ਕੌਨਫੀਡੈਂਸ। ਕਈ ਵਾਰ ਜਿਹੜੇ ਸਬੋਰਡੀਨੇਟਸ ਜਿਨ੍ਹਾਂ ਨੂੰ ਅਥੋਰਿਟੀ ਡੈਲੀਗੇਟ ਕਰਨੀ ਆ, ਤਾਂ ਉਹਨਾਂ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੁੰਦਾ। ਉਹ ਕੀ ਕਰਦੇ, ਸਬੋਰਡੀਨੇਟਸ ਮੇ ਨਾਟ ਹੈਵ ਕੌਨਫੀਡੈਂਸ ਆਫ ਕੈਰਿੰਗ ਆਊਟ ਦਾ ਟਾਸਕ ਟੂ ਦਾ ਸੈਟਿਸਫੈਕਸ਼ਨ ਆਫ ਸੁਪੀਰੀਅਰਸ। ਉਹਨਾਂ ਨੂੰ ਇੱਦਾਂ ਲੱਗਦਾ ਵੀ ਜਿਹੜੇ ਸੁਪੀਰੀਅਰ ਜਿਹੜੀ ਚੀਜ਼ ਚਾਹੁੰਦੇ ਆ ਉਹ ਉਹਨਾਂ ਦੇ ਵਿੱਚ ਪਰਫੋਰਮ ਨਹੀਂ ਕਰ ਸਕਦੇ, ਕਿਉਂਕਿ ਉਹ ਛੋਟੇ ਲੈਵਲ ਦੇ ਨੇ, ਉਹਨਾਂ ਦਾ ਮਤਲਬ ਹਜੇ ਪ੍ਰੈਕਟੀਕਲ ਲੈਵਲ ਛੋਟਾ ਹੈ, ਇਸ ਤਰ੍ਹਾਂ ਉਹ ਡਰ ਜਾਂਦੇ ਨੇ, ਉਹਨਾਂ ਵਿੱਚ ਕੌਨਫੀਡੈਂਸ ਨਹੀਂ ਰਹਿੰਦਾ, ਅਤੇ ਉਹ ਅਨਵਿਲਿੰਗ ਹੋ ਜਾਂਦੇ ਆ ਅਥੋਰਿਟੀ ਆਫ ਡੈਲੀਗੇਸ਼ਨ ਜਿਹੜੀ ਹੁੰਦੀ ਆ ਉਹਦੇ ਕਰਕੇ। ਨੰਬਰ 2 'ਤੇ ਕਿ ਫੀਅਰ ਆਫ ਕ੍ਰਿਟਿਸਿਜ਼ਮ। ਕਈ ਸਬੋਰਡੀਨੇਟਸ ਨੂੰ ਡਰ ਹੁੰਦਾ ਵਾ ਵੀ ਉਹਨਾਂ ਦੀ ਆਲੋਚਨਾ ਕੀਤੀ ਜਾਵੇਗੀ ਜੇ ਉਹਨਾਂ ਤੋਂ ਕੁਛ ਗਲਤ ਹੋ ਗਿਆ। ਸਬੋਰਡੀਨੇਟਸ ਮੇ ਅਵੋਇਡ ਟੂ ਅਸੈਪਟ ਦਾ ਅਥੋਰਿਟੀ ਡਿਊ ਟੂ ਫੀਅਰ ਆਫ ਅਨਨੈਸੈਸਰੀ ਕ੍ਰਿਟਿਸਿਜ਼ਮ। ਜਿਹੜਾ ਵਾਧੂ ਦਾ ਕ੍ਰਿਟਿਸਿਜ਼ਮ ਹੋਊਗਾ ਉਹ ਉਹਨਾਂ ਤੋਂ ਡਰਦੇ ਆ, ਆਲੋਚਨਾ ਤੋਂ ਡਰਦੇ ਆ, ਬਾਏ ਸੁਪੀਰੀਅਰਸ ਔਰ ਕੁਲੀਗਸ ਤੋਂ ਵੀ ਹੋਵੇਗਾ ਜਿਹੜਾ ਉਹਨਾਂ ਦਾ ਕ੍ਰਿਟਿਸਿਜ਼ਮ, ਅਤੇ ਸੁਪੀਰੀਅਰਸ ਤੋਂ ਵੀ ਹੋਊਗਾ। ਈਵਨ ਫਾਰ ਏ ਮਾਈਨਰ ਮਿਸਟੇਕ, ਜੇ ਉਹਨਾਂ ਦੀ ਛੋਟੀ ਵੀ ਗਲਤੀ ਹੋਈ ਤਾਂ ਉਹ ਫੀਅਰ ਆਫ ਕ੍ਰਿਟਿਸਿਜ਼ਮ ਉਹਨਾਂ ਨੂੰ ਕਹਿੰਦਾ ਵਾ ਵੀ ਉਹ ਡੈਲੀਗੇਸ਼ਨ ਆਫ ਅਥੋਰਿਟੀ ਵਿੱਚ ਨਾ ਇਨਵੋਲਵ ਹੋਣ। ਨੰਬਰ 3 'ਤੇ ਕੀ ਆ, ਲੈਕ ਆਫ ਰਿਸੋਰਸਿਸ। ਜਦੋਂ ਮੰਨ ਲਓ ਵੀ ਹੁਣ ਸਬੋਰਡੀਨੇਟਸ ਤਿਆਰ ਨੇ ਪਰ ਸਰੋਤਾਂ ਦੀ ਘਾਟ ਹੈ, ਡੈਲੀਗੇਸ਼ਨ ਆਫ ਅਥੋਰਿਟੀ ਇਕੱਲੀ ਰਿਸਪੋਂਸੀਬਲ ਨਹੀਂ ਹੁੰਦੀ। ਨੋਟ ਐਂਡ ਐਡਵੋਕੇਟਸ ਨੀਡ ਆਫ ਐਡੂਕੇਟ ਰਿਸੋਰਸਿਸ। ਐਡੂਕੇਟ ਰਿਸੋਰਸਿਸ ਵੀ ਹੋਣੀ ਚਾਹੀਦੀ ਹੈ ਉਹ ਕੰਮ ਨੂੰ ਪੂਰਾ ਕਰਨ ਲਈ। ਫਾਰ ਪਰਫੋਰਮਿੰਗ ਦਾ ਅਸਾਈਨ ਟਾਸਕ ਸਬੋਰਡੀਨੇਟ ਹੈਜ਼ੀਟੇਟ ਟੂ ਐਕਸੈਪਟ ਕਰੂਗਾ ਜੇ ਰਿਸੋਰਸਿਸ ਬਾਕੀ ਦੇ ਨਹੀਂ ਹੋਣਗੇ। ਬਾਕੀ ਦੇ ਜਿਹੜੇ ਰਿਸੋਰਸਿਸ ਚਾਹੀਦੇ ਉਹਨਾਂ ਨੂੰ ਕੰਮ ਨੂੰ ਪੂਰਾ ਕਰਨ ਲਈ, ਰॉ ਮਟੀਰੀਅਲ ਚਾਹੀਦਾ, ਹੋਰ ਕਿਸੇ ਵੀ ਤਰ੍ਹਾਂ ਦੇ ਜੇ ਉਹਨਾਂ ਦਾ ਟਾਸਕ ਆ ਅਤੇ ਉਹਦੇ ਰਿਲੇਟਡ ਉਹਨਾਂ ਕੋਲ ਮਟੀਰੀਅਲ ਹੀ ਹੈ ਨਹੀਂ, ਤਾਂ ਉਹ ਪਰਫੋਰਮ ਨਹੀਂ ਕਰ ਸਕਦੇ, ਇਸ ਲਈ ਉਹ ਡੈਲੀਗੇਸ਼ਨ ਨੂੰ ਇਸ ਦੇ ਵਿਰੁੱਧ ਹੁੰਦੇ ਨੇ। ਨੰਬਰ 4 'ਤੇ ਕਿ ਲੈਕ ਆਫ ਇਨਸੈਂਟਿਵਸ। ਸਹੂਲਤਾਂ ਦੀ ਘਾਟ ਹੋਣੀ। ਡੈਲੀਗੇਸ਼ਨ ਆਫ ਅਥੋਰਿਟੀ ਇਜ਼ ਆਲਵੇਜ਼ ਕਪਲਡ ਵਿਦ ਦ ਐਡੀਸ਼ਨਲ ਰਿਸਪੋਂਸੀਬਿਲਿਟੀ। ਕਪਲਡ ਮਤਲਬ ਡੈਲੀਗੇਸ਼ਨ ਦੀ ਅਥੋਰਿਟੀ ਦੇ ਨਾਲ, ਅਥੋਰਿਟੀ ਤਾਂ ਹੁੰਦੀ ਹੈ, ਇਸ ਨਾਲ ਉਦੋਂ ਵੱਧ ਕਪਲਡ ਮਤਲਬ 2 ਗੁਣਾ ਜਿਹੜੀ ਐਡੀਸ਼ਨਲ ਰਿਸਪੋਂਸੀਬਿਲਿਟੀ ਆਉਂਦੀ ਹੈ। ਸੋ ਜਿਹੜੇ ਕੀ ਹੁੰਦੇ ਆ, ਸੋ ਰਿਕੁਆਇਰ ਸਫੀਸ਼ੀਐਂਟ ਫਾਈਨੈਂਸ਼ੀਅਲ ਅਤੇ ਨੋਨ ਫਾਈਨੈਂਸ਼ੀਅਲ ਇਨਸੈਂਟਿਵਸ ਚਾਹੀਦੇ ਆ, ਮਤਲਬ ਫਾਈਨੈਂਸ਼ੀਅਲ ਤੌਰ 'ਤੇ ਜੇ ਉਹਨਾਂ ਦੀ ਸੈਲਰੀ ਵਧਾ ਦਿੱਤੀ ਜਾਵੇ, ਅਤੇ ਨੋਨ ਫਾਈਨੈਂਸ਼ੀਅਲ ਤੌਰ 'ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਪਰਕਸ ਦਿੱਤੇ ਜਾਣ, ਬੋਨਸ ਦਿੱਤੇ ਜਾਣ, ਵੀ ਉਹਨਾਂ ਨੂੰ ਜਿਵੇਂ
ਪਕਸ ਵਿੱਚ ਕਿਹੜੀ ਚੀਜ਼ ਆਉਂਦੀ ਹੁੰਦੀ ਹੈ ਵੀ ਉਹਨਾਂ ਨੂੰ ਫ੍ਰੀ ਮੈਡੀਕਲ ਚੈੱਕਅਪ ਦਿੱਤਾ ਜਾਵੇ, ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ। ਇਸ ਤਰ੍ਹਾਂ ਦੇ ਮਤਲਬ ਉਹਨਾਂ ਦੀ ਸਹੂਲਤਾਂ ਜਦੋਂ ਘੱਟ ਹੋਣਗੀਆਂ ਤਾਂ ਉਹ ਕੀ ਕਰਨਗੇ, ਡੈਲੀਗੇਸ਼ਨ ਆਫ ਅਥੋਰਿਟੀ ਨੂੰ ਆਪੋਜ਼ਿਟ ਹੋਣਗੇ। ਨੰਬਰ 5 ਤੇ ਡਿਪੈਂਡੈਂਸ ਔਨ ਸੁਪੀਰੀਅਰਸ, ਉੱਚ ਅਧਿਕਾਰੀਆਂ 'ਤੇ ਨਿਰਭਰਤਾ। ਵੇਅਰ ਜਿਹੜੇ ਸੁਪੀਰੀਅਰ ਇਜ਼ ਆਲਵੇਜ਼ ਅਵੇਲੇਬਲ ਰਹਿੰਦੇ ਆ, ਜਦੋਂ ਸੁਪੀਰੀਅਰ ਆਲਵੇਜ਼ ਅਵੇਲੇਬਲ ਰਹਿੰਦੇ ਆ ਸਾਰੇ ਇੰਪਲੋਇਜ਼ ਵਾਸਤੇ, ਸਬੋਰਡੀਨੇਟਸ ਵਾਸਤੇ। ਹੈਬਿਟ ਜਿਹੜੇ ਸਬੋਰਡੀਨੇਟਸ ਦੀ ਕੀ ਆਦਤ ਹੋਵੇ ਵੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੰਸਲਟੇਸ਼ਨ ਕਰਨੀ ਹੋਵੇ, ਈਵਨ ਫॉर ਮਾਈਨਰ ਨੇਚਰ ਦੀ ਜਿਹੜੀ ਪ੍ਰੋਬਲਮ ਆ ਉਹ ਵੀ ਉਹਨਾਂ ਨੇ ਜੇ ਸੁਪੀਰੀਅਰਸ ਤੋਂ ਪੁੱਛ ਕੇ ਕਰਨਾ ਹੋਵੇ ਹੈਅਰ ਲੋਸ ਦਾ, ਤਾਂ ਵੀ ਕੀ ਕਰਾਂਗੇ ਉਹਦੇ ਵਿੱਚ ਜਿਹੜੇ ਡਿਪੈਂਡੈਂਟਸ ਹੋਊਗੀ ਸੁਪੀਰੀਅਰ 'ਤੇ ਡਿਪੈਂਡੈਂਟਸ ਹੋ ਜਾਵੇਗੀ ਜਿਹੜੇ ਸਬੋਰਡੀਨੇਟਸ ਆ ਤਾਂ ਉਹ ਡਰਨਗੇ ਵੀ ਅਥੋਰਿਟੀ ਨੂੰ ਆਪਦੇ ਹੱਥ ਵਿੱਚ ਲੈਣ ਲਈ। ਨੰਬਰ 6 ਇੱਥੇ ਕੀ ਓਵਰਬਰਡਨਡ ਵਿਦ ਵਰਕ। ਓਵਰਬਰਡਨ ਮਤਲਬ ਪਹਿਲਾਂ ਹੀ ਭਾਰ ਉਹਨਾਂ 'ਤੇ ਬਹੁਤ ਜ਼ਿਆਦਾ ਹੋਣਾ ਵਰਕ ਦਾ, ਅਤੇ ਜੇ ਉਹ ਮਤਲਬ ਆਲਰੇਡੀ ਉਹਨਾਂ ਕੋਲ ਬਹੁਤ ਬਰਡਨ ਆ ਤਾਂ ਉਹ ਹੈਜ਼ੀਟੇਟ ਕਰਨਗੇ ਹੋਰ ਬਰਡਨ ਨੂੰ ਉਠਾਉਣ ਲਈ। ਡੈਲੀਗੇਸ਼ਨ ਜਿਹੜੀ ਅਥੋਰਿਟੀ ਦਿੱਤੀ ਗਈ ਉਸ ਦੇ ਬਰਡਨ ਨੂੰ ਉਠਾਉਣ ਲਈ ਉਹ ਹੈਜ਼ੀਟੇਟ ਕਰਨਗੇ। ਨੰਬਰ 3 'ਤੇ ਡਿਫੀਕਲਟੀ ਆਪਣੇ ਕੋਲ ਆ ਰਹੀ ਹੈ ਵੀਕਨੈਸਿਸ ਆਫ ਦਾ ਔਰਗਨਾਈਜੇਸ਼ਨ ਦੇ ਸਟਰਕਚਰ ਵਿੱਚ ਵੀਕਨੈਸਿਸ ਆ ਤਾਂ ਉਹ ਵੀ ਡੈਲੀਗੇਸ਼ਨ ਨੂੰ ਮਤਲਬ ਆਪੋਜ਼ਿਟ ਕਰਦੀਆਂ ਵਾ, ਡੈਲੀਗੇਸ਼ਨ ਨੂੰ ਰੋਕਦੀਆਂ ਹੈ ਹੋਣ ਤੋਂ। ਨੰਬਰ 3 'ਤੇ ਕਿ ਲੂਜ਼ ਔਰਗਨਾਈਜੇਸ਼ਨਲ ਫਰੇਮਵਰਕ, ਜਿਹੜਾ ਔਰਗਨਾਈਜੇਸ਼ਨ ਦਾ ਫਰੇਮਵਰਕ ਹੁੰਦਾ ਹੈ ਸੰਗਠਨਾਤਮਕ ਢਾਂਚਾ ਹੋਵੇ ਫਲੈਕਸੀਬਲ ਹੋਣਾ ਚਾਹੀਦਾ ਵਾ ਤਾਂ ਕਿ ਉਹ ਹਰੇਕ ਚੇਂਜ ਨੂੰ ਅਡੋਪਟ ਕਰ ਲੇ। ਪਰ ਜੇ ਆਪਣੇ ਕੋਲ ਸਟਰਕਚਰ ਹੀ ਉਹ ਵਧੀਆ ਹੈ ਨਹੀਂ ਵੀ ਆਪਾਂ ਉਹ ਚੀਜ਼ ਲਾਗੂ ਨਹੀਂ ਕਰ ਸਕਦੇ, ਇੰਟਰੋਡਿਊਸ ਕਰਨੀ ਚਾਹੁੰਦੇ ਮਤਲਬ ਡੈਲੀਗੇਸ਼ਨ ਆਫ ਅਥੋਰਿਟੀ, ਤਾਂ ਜੇ ਔਰਗਨਾਈਜੇਸ਼ਨ ਢਾਂਚਾ ਹੀ ਆਪਣੇ ਕੋਲ ਵਧੀਆ ਹੈ ਨਹੀਂ ਤਾਂ ਔਰਗਨਾਈਜੇਸ਼ਨ ਜਿਹੜੀ ਡੈਲੀਗੇਸ਼ਨ ਕਰਾਂਗੇ ਉਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਡੈਲੀਗੇਸ਼ਨ ਆਫ ਅਥੋਰਿਟੀ ਇਜ਼ ਗ੍ਰੇਵ ਪ੍ਰੋਬਲਮ, ਗ੍ਰੇਵ ਮਤਲਬ ਬਹੁਤ ਗੰਭੀਰ ਪ੍ਰੋਬਲਮ ਹੈ। ਇਫ ਔਰਗਨਾਈਜੇਸ਼ਨ ਫਰੇਮਵਰਕ ਇਜ਼ ਵੀਕ ਮਤਲਬ ਕਮਜ਼ੋਰ ਹੈ। ਐਂਡ ਨੋ ਕਲੈਰਿਟੀ ਆਫ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ ਰਿਲੇਸ਼ਨਸ਼ਿਪ, ਕਿਸੇ ਨੂੰ ਇਹ ਪਤਾ ਨਹੀਂ ਵੀ ਉਸ ਦੀ ਅਥੋਰਿਟੀ ਵੀ ਕਿਹੜਾ ਬੰਦਾ ਸਾਨੂੰ ਅਥੋਰਿਟੀ, ਅਸੀਂ ਕਿਹੜੇ ਬੰਦੇ ਦੀ ਅਥੋਰਿਟੀ ਅੰਡਰ ਹੈ, ਅਸੀਂ ਕਿਸ ਨੂੰ ਰਿਸਪੋਂਸੀਬਿਲਿਟੀ ਸਾਡੀ, ਤਾਂ ਜਦੋਂ ਇਹ ਚੀਜ਼ ਮਤਲਬ ਕਲੀਅਰ ਨਹੀਂ ਹੋਵੇਗੀ ਤਾਂ ਇਹ ਵੀਕਨੈਸ ਹੋਊਗੀ ਔਰਗਨਾਈਜੇਸ਼ਨ ਦੀ ਜਿਹੜੀ ਕਿ ਰੋਕਦੀ ਹੈ ਡੈਲੀਗੇਸ਼ਨ ਆਫ ਅਥੋਰਿਟੀ ਨੂੰ। ਨੰਬਰ 2 'ਤੇ ਕਿ ਲੈਕ ਆਫ ਪਲੈਨਿੰਗ, ਜਦੋਂ ਔਰਗਨਾਈਜੇਸ਼ਨ ਸਫਰਸ ਫਰੋਮ ਦਾ ਲੈਕ ਆਫ ਪਲੈਨਿੰਗ, ਜਿਹੜੀ ਔਰਗਨਾਈਜੇਸ਼ਨ ਉਸ ਵਿੱਚ ਕਿਸੇ ਤਰ੍ਹਾਂ ਦੀ ਪਲੈਨਿੰਗ ਨਹੀਂ ਕੀਤੀ ਜਾ ਰਹੀ, ਮਤਲਬ ਉਸ ਦਾ ਜਿਹੜਾ ਸੈਟਅਪ ਹੀ ਉਹ ਵਧੀਆ ਨਹੀਂ ਹੋ ਰਿਹਾ। ਇਜ਼ ਬਾਊਂਡ ਟੂ ਚੈੱਕ ਦਾ ਡੈਲੀਗੇਸ਼ਨ ਆਫ ਅਥੋਰਿਟੀ, ਇਸ ਤਰ੍ਹਾਂ ਕੀ ਹੁੰਦਾ ਵਾ ਜਿਹੜਾ ਉਹਨਾਂ ਨੂੰ ਡੈਲੀਗੇਸ਼ਨ ਆਫ ਅਥੋਰਿਟੀ ਕਰਨਾ ਪਹਿਲੀ ਗੱਲ ਤਾਂ ਉਹਨਾਂ ਨੂੰ ਸ਼ੋਭਾ ਹੀ ਨਹੀਂ ਦੇਵੇਗਾ ਜਦੋਂ ਉਹਨਾਂ ਦਾ ਲੈਕ ਆਫ ਪਲੈਨਿੰਗ, ਉਹਨਾਂ ਦੀ ਕਿਸੇ ਤਰ੍ਹਾਂ ਦੀ ਪਲੈਨਿੰਗ ਹੀ ਹੈ ਨਹੀਂ, ਸੋ ਇਹ ਉਹਨਾਂ ਲਈ ਸਟੇਬਲ ਨਹੀਂ ਹੋਊਗਾ। ਡੈਲੀਗੇਸ਼ਨ ਆਫ ਅਥੋਰਿਟੀ ਵਿੱਚ ਇਹ ਰੁਕਾਵਟ ਹੈ। ਨੰਬਰ 3 'ਤੇ ਕੀ ਹੈ ਲੈਕ ਆਫ ਯੂਨਿਟੀ ਆਫ ਕਮਾਂਡ, ਆਦੇਸ਼ ਦੀ ਏਕਤਾ ਵਿੱਚ ਕਮੀ। ਜਦੋਂ ਇਫ ਸਬੋਰਡੀਨੇਟਸ ਹੈ ਮੋਰ ਦੈਨ ਵਨ ਸੁਪੀਰੀਅਰ, ਜਦੋਂ ਮੋਰ ਦੈਨ ਵਨ ਸੁਪੀਰੀਅਰਸ ਹੋਊਗਾ ਪਹਿਲੀ ਗੱਲ ਤਾਂ ਡਿਸਿਪਲਿਨ ਉਹਨਾਂ ਵਿੱਚ ਕ੍ਰੀਏਟ ਕਰਨਾ ਬਹੁਤ ਔਖਾ ਹੋਵੇਗਾ। ਅਤੇ ਡੈਲੀਗੇਸ਼ਨ ਆਫ ਅਥੋਰਿਟੀ ਮੇਕ ਕਨਫਿਊਜ਼ਨ ਵੀ ਕਰੇਗੀ, ਮੇਕ ਡਿਪਲੀਕੇਸ਼ਨ ਆਫ ਆਰਡਰਸ ਵਿੱਚ, ਕਿਉਂਕਿ ਜਦੋਂ ਇੱਕ ਸਬੋਰਡੀਨੇਟ ਬਹੁਤ ਜਾਣੇ ਤੋਂ ਮਤਲਬ 2 ਜਾਂ 3 ਜਾਣੇ ਤੋਂ ਸੁਪੀਰੀਅਰਸ ਤੋਂ ਆਰਡਰ ਰਿਸੀਵ ਕਰੇਗਾ ਤਾਂ ਕਈ ਵਾਰ ਡੁਪਲੀਕੇਸ਼ਨ ਆਫ ਆਰਡਰ ਵੀ ਹੋ ਜਾਂਦੀ ਹੈ। ਡੁਪਲੀਕੇਸ਼ਨ ਮਤਲਬ ਇੱਕ ਆਰਡਰ ਸੇਮ ਆਪਾਂ ਨੂੰ 2 ਜਾਂ 3 ਸੁਪੀਰੀਅਰਸ ਤੋਂ ਮਿਲ ਜਾਂਦਾ, ਤਾਂ ਇੱਦਾਂ ਕੀ ਹੋਵੇਗਾ, ਕਨਫਿਊਜ਼ਨ ਹੋਵੇਗੀ ਸਬੋਰਡੀਨੇਟਸ ਦੇ ਮਨ ਵਿੱਚ, ਕਨਫਿਊਜ਼ਨ ਹੋਵੇਗੀ ਵੀ ਉਹਨਾਂ ਨੇ ਕਿਸ ਜਿਹੜਾ ਬੌਸ ਆ ਉਸ ਨੂੰ ਮਤਲਬ ਲਾਇਬਲ ਨੇ। ਅਤੇ ਦੇ ਡੋਂਟ ਨੋ ਇਨ ਦਾ ਕੇਸ ਆਫ ਕੰਫਲਿਕਟਿੰਗ ਇੰਸਟਰਕਸ਼ਨਸ, ਜਿਹੜੇ ਇੰਸਟਰਕਸ਼ਨਸ ਮਤਲਬ ਵਾਰ-ਵਾਰ ਆ ਜਾਣੀਆਂ ਉਹਨਾਂ ਕੋਲ ਕੰਫਲਿਕਟਿੰਗ ਇੰਸਟਰਕਸ਼ਨ, ਉਹਨਾਂ ਦੇ ਦਿਮਾਗ ਵਿੱਚ ਕੰਫਲਿਕਟ ਪੈਦਾ ਕਰਨੀਆਂ ਫਰੋਮ ਟੂ ਸੁਪੀਰੀਅਰਸ ਟੂ ਡੂ ਸਮਥਿੰਗ, ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਵਾ ਜਦੋਂ ਕੰਫਲਿਕਟਿੰਗ ਇੰਸਟਰਕਸ਼ਨਸ ਆ ਰਹੀਆਂ ਉਹਨਾਂ ਕੋਲ। ਨੰਬਰ 4 'ਤੇ ਕਿ ਲੈਕ ਆਫ ਇਫੈਕਟਿਵ ਕੰਟਰੋਲ, ਸੇਮ ਚੀਜ਼ ਆ ਕੰਟਰੋਲ, ਜੇ ਆਪਣੀ ਔਰਗਨਾਈਜੇਸ਼ਨ ਵਿੱਚ ਕੰਟਰੋਲ ਹੀ ਨਹੀਂ ਹੋਵੇਗਾ ਵੀ ਆਪਣਾ ਕਿਹੜਾ ਕੰਮ ਕੌਣ ਪਰਸਨ ਕਰ ਰਿਹਾ ਵਾ, ਕਿਹਦੀ ਕਿੱਥੇ ਰਿਸਪੋਂਸੀਬਿਲਿਟੀ, ਕਿੱਥੇ ਅਥੋਰਿਟੀ ਆ, ਜਦੋਂ ਉਹ ਚੀਜ਼ ਦਾ ਕੰਟਰੋਲ ਨਹੀਂ ਹੋਵੇਗਾ ਤਾਂ ਇੱਥੇ ਕੀ ਹੋ ਜਾਏਗਾ, ਮਿਸਯੂਜ਼ ਹੋ ਸਕਦਾ ਅਥੋਰਿਟੀ ਦਾ। ਸੋ ਲੈਕ ਆਫ ਅਥੋਰਿਟੀ, ਲੈਕ ਆਫ ਕੰਟਰੋਲ ਦਾ ਕੀ ਹੋਵੇਗਾ ਇੱਥੇ, ਮਿਸਯੂਜ਼ ਹੋ ਸਕਦਾ ਅਥੋਰਿਟੀ ਦਾ। ਸੋ ਇੱਥੇ ਵੀ ਇਫੈਕਟਿਵ ਨਹੀਂ, ਇਹ ਵੀ ਇੱਕ ਰਾਹ ਵਿੱਚ ਰੁਕਾਵਟ ਹੈ ਡੈਲੀਗੇਸ਼ਨ ਆਫ ਅਥੋਰਿਟੀ ਦੇ। So at the end of the guys, thanks for watching the video and share, comment, like the video, and of course don't forget to subscribe our channel. Thank you. Stay home, stay safe, have a nice day ahead.